ਸਤਿ ਸ਼੍ਰੀ ਅਕਾਲ। ਅੱਜ ਆਪਾਂ ਇਸ ਵੀਡੀਓ ਦੇ ਵਿੱਚ 12ਵੀਂ ਜਮਾਤ ਦੀ ਪੰਜਾਬੀ ਦੀ ਪਾਠ ਪੁਸਤਕ ਲਾਜ਼ਮੀ ਪੰਜਾਬੀ ਦਾ 6ਵਾਂ ਪਾਠ ਗੀਤ, ਜਿਹੜੀ ਕਿ ਸ਼ਿਵ ਕੁਮਾਰ ਬਟਾਲਵੀ ਜੀ ਵੱਲੋਂ ਲਿਖਿਆ ਗਿਆ ਹੈ, ਇਸ ਦੇ ਵਿੱਚ ਅੱਜ ਆਪਾਂ ਨਿਬੰਧਾਤਮਕ ਉੱਤਰ ਵਾਲੇ ਪ੍ਰਸ਼ਨ ਕਰਾਂਗੇ ਅਤੇ ਇਸ ਤੋਂ ਇਲਾਵਾ ਅਸੀਂ ਇਸ ਨੂੰ ਪਹਿਲੇ ਪ੍ਰਸੰਗ ਸਹਿਤ ਇਸ ਦੀ ਵਿਆਖਿਆ ਕਰਾਂਗੇ। ਇਸ ਦੇ ਵਿੱਚੋਂ ਹੀ ਇਸ ਦੇ ਵੱਡੇ ਪ੍ਰਸ਼ਨ ਉੱਤਰ ਨਿਕਲ ਸਕਦੇ ਹਨ। ਤੈਨੂੰ ਦਿਆਂ ਹੰਝੂਆਂ ਦਾ ਪਾੜਾ, ਨੀ ਪੀੜਾਂ ਦਾ ਪਰਾਗਾ ਪੁੰਨ ਦੇ। ਭੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਦੁੱਖਾਂ ਦਾ ਪਰਾਗਾ ਪੁੰਨ ਦੇ। ਭੱਠੀ ਵਾਲੀਏ। ਹੋ ਗਿਆ ਕੁਵੇਲਾ ਮੈਨੂੰ, ਢਲ ਗਈਆਂ ਛਾਵਾਂ ਨੀ। ਬੇਲੀਆਂ ਚੋਂ ਮੁੜ ਆਇਆ, ਮੱਝੀਆਂ ਤੇ ਗਾਵਾਂ ਨੀ। ਪਾਇਆ ਚਿੜੀਆਂ ਨੇ ਚੀਕ ਚਿਹਾੜਾ, ਨੀ ਪੀੜਾਂ ਦਾ ਪਰਾਗਾ ਪੁੰਨ ਦੇ। ਭੱਠੀ ਵਾਲੀਏ। ਇਸ ਦੀ ਅਸੀਂ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ। ਜਦੋਂ ਅਸੀਂ ਇਸ ਦਾ ਪ੍ਰਸੰਗ ਲਿਖਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਪੁਸਤਕ ਦਾ ਨਾਂ ਲਿਖਣਾ ਪੈਂਦਾ ਹੈ, ਜਿਸ ਦੇ ਵਿੱਚ ਅਸੀਂ ਲਿਖਾਂਗੇ ਕਿ ਇਹ ਕਾਵਿ ਟੋਟਾ ਲਾਜ਼ਮੀ ਪੰਜਾਬੀ 12 ਪਾਠ ਪੁਸਤਕ ਵਿੱਚ ਦਰਜ ਸ਼੍ਰੀ ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਗੀਤ ਵਿੱਚੋਂ ਲਿਆ ਗਿਆ ਹੈ। ਇਹ ਬਿਰਹੋਂ ਦੇ ਦੁੱਖਾਂ ਨਾਲ ਭਰਿਆ ਇੱਕ ਵਿਸ਼ਾਦ ਭਰਪੂਰ ਗੀਤ ਹੈ। ਇਸ ਵਿੱਚ ਕਵੀ ਆਪਣੀ ਮਰ ਚੁੱਕੀ ਪ੍ਰੇਮਿਕਾ ਦੇ ਵਿਛੋੜੇ ਦੇ ਦੁੱਖ ਤੇ ਹੋਣੀ ਦੁਆਰਾ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਡਾਢੇ ਵਿਸ਼ਾਦ ਭਰੇ ਭਾਵਾਂ ਵਿੱਚ ਗੁੰਨ ਕੇ ਪੇਸ਼ ਕਰਦਾ ਹੈ। ਇਹ ਵਿਛੋੜਾ ਮਤਲਬ ਉਸ ਤੋਂ ਦੂਰ ਹੋਇਆ, ਉਸ ਤੇ ਦੂਰ ਹੋਣ ਤੋਂ ਬਾਅਦ ਜਿਹੜਾ ਉਹਨੂੰ ਦੁੱਖ ਹੋਇਆ, ਅਤੇ ਉਸ ਦੇ ਇਲਾਵਾ ਹੋਣੀ ਮਤਲਬ ਜਿਹੜੇ ਕਿ ਪਰਮਾਤਮਾ ਦੇ ਵੱਲੋਂ ਹੀ ਜਿਹੜਾ ਕੰਮ ਹੋਇਆ ਹੋਵੇ ਉਹ ਹੁੰਦੀ ਹੈ ਹੋਣੀ। ਉਸ ਦੇ ਦੁਆਰਾ ਜਿਹੜੇ ਉਹਨੂੰ ਤਕਲੀਫਾਂ ਹੋ ਰਹੀਆਂ ਹਨ, ਉਸ ਨੂੰ ਦਰਦ ਹੋ ਰਿਹਾ ਹੈ, ਉਸ ਦੇ ਬਾਰੇ ਇਸ ਦੇ ਵਿੱਚ ਦੱਸਿਆ ਗਿਆ ਹੈ। ਹੁਣ ਅਸੀਂ ਇਸ ਦੀ ਵਿਆਖਿਆ ਕਰਾਂਗੇ। ਇਹ ਵੱਡੇ ਪ੍ਰਸ਼ਨ ਉੱਤਰਾਂ ਦੇ ਤੌਰ 'ਤੇ ਵੀ ਪੁੱਛਿਆ ਜਾ ਸਕਦਾ ਹੈ। ਕਵੀ ਕਹਿੰਦਾ ਹੈ ਕਿ ਹੇ ਭੱਠੀ ਵਾਲੀ ਰੂਪ ਹੋਣੀ। ਭੱਠੀ ਵਾਲੀ ਮਤਲਬ ਜਿਹੜੀ ਦਾਣੇ ਭੁੰਨਦੀ ਹੈ, ਉਸ ਨੂੰ ਕਵੀ ਕਹਿ ਰਿਹਾ ਹੈ, ਹੇ ਭੱਠੀ ਵਾਲੀ ਰੂਪ ਹੋਣੀ। ਦੁੱਖਾਂ ਨਾਲ ਭਰਿਆ ਮੈਂ ਤੈਨੂੰ ਆਪਣੇ ਹੰਝੂਆਂ ਦਾ ਪਾੜਾ ਮਤਲਬ ਯਾਨੀ ਕਿ ਜੇ ਉਹਦੇ ਕੋਲੋਂ ਜਿਸ ਤਰ੍ਹਾਂ ਅਸੀਂ ਕੋਈ ਦਾਣੇ ਭੁੰਨਵਾਉਂਦੇ ਹਾਂ ਤਾਂ ਉਹਦਾ ਅਸੀਂ ਉਸਨੂੰ ਪੈਸੇ ਦਿੰਦੇ ਹਾਂ, ਉਸਨੂੰ ਕਿਹਾ ਗਿਆ ਹੈ ਪਾੜਾ, ਕਿ ਆਪਣੇ ਹੰਝੂਆਂ ਦਾ ਪਾੜਾ ਦਿੰਦਾ ਹਾਂ, ਤੂੰ ਮੈਨੂੰ ਇਹ ਪੀੜਾਂ ਦਾ ਪਰਾਗਾ ਪੁੰਨ ਦੇ। ਅਰਥਾਤ ਮੇਰੀਆਂ ਪੀੜਾਂ ਮਤਲਬ ਦਰਦਾਂ ਨੂੰ ਜਰਾ ਹੋਰ ਤੇਜ਼ ਕਰ ਦੇ। ਤੂੰ ਤਾਂ ਚੰਬੇ ਦੀ ਡਾਲੀ ਵਰਗੀ ਸੋਹਣੀ ਹੈ। ਮੈਂ ਤੈਨੂੰ ਵਾਰ-ਵਾਰ ਮਤਲਬ ਬਾਰ-ਬਾਰ ਕਹਿੰਦਾ ਹਾਂ ਕਿ ਤੂੰ ਮੈਨੂੰ ਪੀੜਾਂ ਦਾ ਪਰਾਗਾ ਪੁੰਨ ਕੇ ਦੇ। ਅਰਥਾਤ ਤੂੰ ਮੇਰੇ ਗਮਾਂ ਨੂੰ ਜਰਾ ਹੋਰ ਕਰਾਰੇ ਕਰ ਦੇ। ਹੇ ਭੱਠੀ ਵਾਲੀ ਰੂਪ ਹੋਣੀ। ਮੈਂ ਪੀੜਾਂ ਵਿੱਚ ਨਪੀੜ ਹੋ ਕੇ ਮੌਤ ਦੀ ਜਿਸ ਮੰਜ਼ਿਲ 'ਤੇ ਪਹੁੰਚਣਾ ਚਾਹੁੰਦਾ ਹਾਂ, ਯਾਨੀ ਕਿ ਪੀੜਾਂ ਦੇ ਨਪੀੜ ਦਾ ਮਤਲਬ ਹੁੰਦਾ ਹੈ ਯਾਨੀ ਕਿ ਉਹਦੇ ਅੰਦਰ ਬਿਲਕੁਲ ਹੀ ਧੱਸ ਕੇ ਕੀ ਕਰਨਾ ਚਾਹੁੰਦਾ ਹੈ ਕਿ ਮੌਤ ਦੀ ਜਿਸ ਮੰਜ਼ਿਲ 'ਤੇ ਉਹ ਪਹੁੰਚਣਾ ਚਾਹੁੰਦਾ ਹੈ, ਮੈਨੂੰ ਉੱਥੇ ਪਹੁੰਚਣ ਵਿੱਚ ਦੇਰ ਹੋ ਰਹੀ ਹੈ। ਯਾਨੀ ਕਿ ਜਿੱਥੇ ਉਹ ਜਾਣਾ ਚਾਹੁੰਦਾ ਹੈ ਉੱਥੇ ਉਸਨੂੰ ਪਹੁੰਚਣ ਲਈ ਦੇਰ ਹੋ ਰਹੀ ਹੈ। ਦੇਖ ਸ਼ਾਮ ਪੈ ਰਹੀ ਹੈ, ਪਰਛਾਵੇਂ ਢਲ ਗਏ ਹਨ। ਚਰਾਗਾਹਾਂ ਵਿੱਚੋਂ ਮੱਝਾਂ ਅਤੇ ਗਾਈਆਂ ਘਰ ਨੂੰ ਮੁੜ ਆਈਆਂ ਹਨ। ਯਾਨੀ ਕਿ ਜਿੱਥੇ ਮੱਝਾਂ ਗਾਵਾਂ ਚਾਰਾ ਚਰਨ ਜਾਂਦੀਆਂ ਹਨ, ਉਹ ਵੀ ਉੱਥੋਂ ਮੁੜ ਕੇ ਵਾਪਸ ਆ ਗਈਆਂ ਹਨ ਸ਼ਾਮ ਹੋਣ ਤੱਕ। ਚਿੜੀਆਂ ਨੇ ਚੀਕ ਚਿਹਾੜਾ ਮਤਲਬ ਬਹੁਤ ਹੀ ਜ਼ਿਆਦਾ ਸ਼ੋਰ ਪਾਇਆ ਹੋਇਆ ਹੈ, ਯਾਨੀ ਕਿ ਚਹਿਚਹਾ ਰਹੀਆਂ ਹਨ। ਮੈਂ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚ ਸਕਿਆ। ਤੂੰ ਮੇਰੇ ਪੀੜਾਂ ਦਾ ਪਰਾਗਾ ਪੁੰਨ ਦੇ। ਮੈਂ ਤੈਨੂੰ ਆਪਣੇ ਹੰਝੂਆਂ ਦਾ ਪਾੜਾ ਦੇਵਾਂਗਾ। ਯਾਨੀ ਕਿ ਜੇਕਰ ਤੂੰ ਮੇਰੇ ਪੀੜਾਂ ਦਾ ਪਰਾਗਾ ਪੁੰਨ ਦੇਵੇਂਗੀ ਤਾਂ ਮੈਂ ਉਹਦੇ ਬਦਲੇ ਤੈਨੂੰ ਕੀ ਦੇਵਾਂਗਾ, ਪੂਰ, ਯਾਨੀ ਕਿ ਉਹਦਾ ਤੈਨੂੰ ਮੈਂ ਕਿਰਾਇਆ ਦੇਵਾਂਗਾ, ਪਾੜਾ ਦੇਵਾਂਗਾ। ਕੜਾਹੀ ਵਿੱਚ ਭੁੰਨ ਦੇ ਮੈਨੂੰ ਉਸੇ ਤਰ੍ਹਾਂ ਚੰਗੀ ਤਰ੍ਹਾਂ ਕਿ ਇਸ ਦੇ ਵਿੱਚ ਜਿਵੇਂ ਦਾਣੇ ਪਾਏ ਜਾਂਦੇ ਹਨ ਕੜਾਹੀ ਦੇ ਵਿੱਚ, ਉਸ ਤਰ੍ਹਾਂ ਉਹਦੇ ਦਰਦਾਂ ਦਾ ਜਿਹੜਾ ਪਰਾਗਾ ਹੈ ਉਸਨੂੰ ਭੁੰਨ ਦੇ। ਅਗਲਾ ਦੇਖੋ, ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨਹੀਂ। ਇਸ ਦੇ ਵਿੱਚ ਕਵੀ ਕਹਿ ਰਿਹਾ ਕਿ ਛੇਤੀ ਦਾ ਮਤਲਬ ਹੁੰਦਾ ਜਲਦੀ। ਹੇ ਭੱਠੀ ਵਾਲੀ ਰੂਪ ਹੋਣੀ।
ਤੂੰ ਮੇਰੇ ਪੀੜਾਂ ਦਾ ਪਰਾਗਾ ਛੇਤੀ ਛੇਤੀ ਪੁੰਨ। ਮੈਂ ਬਹੁਤ ਦੂਰ ਜਾਣਾ ਹੈ, ਮੈਂ ਉੱਥੇ ਜਾਣਾ ਹੈ ਜਿੱਥੇ ਮੇਰੀ ਹਾਨਨ ਮਰ ਕੇ ਚਲੀ ਗਈ ਹੈ। ਹਾਨਨ ਮਤਲਬ ਉਸਦੀ ਸਾਥਣ। ਦੁਨੀਆ ਕਹਿੰਦੀ ਹੈ ਉਸ ਪਿੰਡ ਦਾ ਸੁਣੀਂਦਾ ਰਾਹ ਮਾੜਾ, ਨੀ ਪੀੜਾਂ ਦਾ ਪਰਾਗਾ ਪੁੰਨਦੇ ਪੱਠੀ ਵਾਲੀਏ। ਦੁਨੀਆ ਕਹਿੰਦੀ ਹੈ ਕਿ ਉਸ ਪਿੰਡ ਦਾ ਰਾਹ, ਰਾਹ ਮਤਲਬ ਰਸਤਾ, ਅਰਥਾਤ ਮੌਤ ਦਾ ਰਾਹ ਬਹੁਤ ਮਾੜਾ ਹੈ। ਉਸ ਰਾਹ ਉੱਤੇ ਤੁਰ ਜਾਣਾ ਚੰਗੀ ਗੱਲ ਨਹੀਂ, ਪਰ ਤੂੰ ਮੇਰੀਆਂ ਪੀੜਾਂ ਦਾ ਪਰਾਗਾ ਪੁੰਨ ਦੇ। ਮੈਂ ਤੈਨੂੰ ਹੰਝੂਆਂ ਦਾ ਭਾੜਾ ਦਿੰਦਾ ਹਾਂ। ਮੈਂ ਪੀੜਾਂ ਦਾ ਪਰਾਗਾ ਪੁੰਨ ਕੇ ਛੇਤੀ ਉੱਥੇ ਪਹੁੰਚਣਾ ਚਾਹੁੰਦਾ ਹਾਂ, ਅਰਥਾਤ ਮਰ ਜਾਣਾ ਚਾਹੁੰਦਾ ਹਾਂ। ਯਾਨੀ ਕਿ ਇਸ ਦੇ ਵਿੱਚ ਉਹ ਉੱਥੇ ਜਾਣਾ ਚਾਹੁੰਦਾ ਹੈ ਜਿਸ ਦੇ ਉਸਦੀ ਸਾਥਣ ਚਲੀ ਗਈ ਹੈ, ਉਸਦੀ ਹਾਨਨ ਚਲੀ ਗਈ ਹੈ। ਇਸ ਦੇ ਵਿੱਚ ਜਿਹੜੇ ਔਖੇ ਸ਼ਬਦ ਆਏ ਹਨ ਉਹ ਹੈ ਹਾਨੀਆਂ। ਹਾਨੀਆਂ ਮਤਲਬ ਭਾਵ ਪ੍ਰੇਮਿਕਾ। ਪੂਰ ਬੇੜੀ ਵਿੱਚ ਇੱਕ ਵਾਰੀ ਸਵਾਰ ਹੋ ਸਕਣ ਵਾਲੇ ਲੋਕ, ਭਾਵ ਪ੍ਰੇਮਿਕਾ ਦੀ ਸਵਾਰੀ। ਅਗਲਾ ਹੈ ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪੀਲੀ ਹੋ ਗਈ। ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ, ਨੀ ਪੀੜਾਂ ਦਾ ਪਰਾਗਾ ਪੁੰਨਦੇ ਪੱਠੀ ਵਾਲੀਏ। ਇਸ ਦੇ ਵਿੱਚ ਪ੍ਰਸ਼ਨ ਨੂੰ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਕਿ ਭੱਠੀ ਵਾਲੀ ਦੇ ਕੀ ਸਿੱਲੇ ਹੋ ਗਏ ਸਨ, ਉਸ ਦੀ ਕੜਾਈ ਨੂੰ ਕੀ ਹੋ ਗਿਆ ਸੀਗਾ, ਉਸ ਦੀ ਕੜਾਈ ਕਿਹੋ ਜਿਹੀ ਹੋ ਗਈ ਸੀ, ਅਤੇ ਉਸ ਦੇ ਜਿਹੜਾ ਸੇਕ ਸੀਗਾ, ਉਸ ਦੀ ਭੱਠੀ ਦਾ ਸੇਕ ਸੀਗਾ, ਉਸਨੂੰ ਕੀ ਹੋ ਗਿਆ ਸੀ। ਇਸ ਬਾਰੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਉਸ ਦਾ ਉੱਤਰ ਅਸੀਂ ਇਸ ਤਰ੍ਹਾਂ ਦੇਵਾਂਗੇ। ਇਸ ਦੇ ਵਿੱਚ ਕਵੀ ਕਹਿੰਦਾ ਹੈ ਕਿ ਹੇ ਭੱਠੀ ਵਾਲੀ ਰੂਪ ਹੋਣੀ, ਜਦੋਂ ਤੇਰੀ ਭੱਠੀ ਉੱਪਰ ਪੀੜਾਂ ਦੇ ਦਾਣੇ ਭੁੰਨਾਉਣ ਦੀ ਮੇਰੀ ਵਾਰੀ ਆਈ ਹੈ ਤਾਂ ਕੀ ਹੋ ਗਿਆ ਹੈ ਕਿ ਮੈਨੂੰ ਤੇਰੇ ਪੱਤਿਆਂ ਦੀ ਪੰਡ ਸਿੱਲੀ ਹੋ ਗਈ ਲੱਗਦੀ ਹੈ, ਅਤੇ ਤੇਰੀ ਭੱਠੀ ਵਿੱਚ ਅੱਗ ਤੇਜ਼ੀ ਨਾਲ ਨਹੀਂ ਬਲ ਰਹੀ। ਬਲ ਮਤਲਬ ਜਲ ਨਹੀਂ ਰਹੀ। ਤੇਰੀ ਮਿੱਟੀ ਦੀ ਕੜਾਈ, ਜਿਹੜੀ ਕੜਾਈ ਦੇ ਵਿੱਚ ਉਹ ਪਰਾਗਾ ਭੁੰਨਦੀ ਹੈ, ਉਹ ਵੀ ਕੀ ਹੁੰਦੀ ਜਾ ਰਹੀ ਹੈ, ਉਹ ਪੀਲੀ ਹੋ ਗਈ ਜਾਪਦੀ ਹੈ। ਤੇਰੀ ਭੱਠੀ ਦੇ ਹੇਠਲੇ ਸੇਕ ਨੂੰ ਕੋਈ ਗੋਲੀ ਵੱਜ ਗਈ ਜਾਪਦੀ ਹੈ। ਮੈਂ ਤੇਰੇ ਅੱਗੇ ਤਰਲੇ ਮਤਲਬ ਮਿੰਨਤਾਂ ਕਰਦਾ ਹਾਂ ਕਿ ਤੂੰ ਮੇਰਾ ਪੀੜਾਂ ਦਾ ਪਰਾਗਾ ਭੁੰਨ ਦੇ। ਮੈਂ ਤੈਨੂੰ ਹੰਝੂਆਂ ਦਾ ਭਾੜਾ ਦਿੰਦਾ ਹਾਂ। ਮੈਂ ਤੇਰੇ ਹੰਝੂਆਂ ਦਾ ਮਤਲਬ ਹੁੰਦਾ ਹੈ ਅਥਰੂ, ਆਂਸੂ, ਜਿਹਨੂੰ ਤੁਸੀਂ ਹਿੰਦੀ ਦੇ ਵਿੱਚ ਬੋਲਦੇ ਹੋ। ਮੈਂ ਤੇਰੇ ਵੱਲੋਂ ਕੀਤੀ ਜਾ ਰਹੀ ਦੇਰ ਨੂੰ ਸਹਿ ਨਹੀਂ ਸਕਦਾ। ਸਹਿ ਨਹੀਂ ਮਤਲਬ ਬਰਦਾਸ਼ਤ ਨਹੀਂ ਕਰ ਸਕਦਾ, ਅਰਥਾਤ ਤੂੰ ਆਪਣੇ ਵੱਲੋਂ ਦਿੱਤੀਆਂ ਜਾ ਰਹੀਆਂ ਪੀੜਾਂ ਨੂੰ ਜਰਾ ਹੋਰ ਤੇਜ਼ ਕਰ ਦੇ ਤਾਂ ਜੋ ਮੈਂ ਛੇਤੀ ਮਰ ਜਾਵਾਂ। ਇਸ ਤੋਂ ਬਾਅਦ ਅਗਲਾ ਹੈ ਲੱਪ ਕੁ ਇਹ ਚੁੰਗ ਮੇਰੀ, ਮੈਨੂੰ ਪਹਿਲਾਂ ਟੋਰਨੀ, ਕੱਢ ਕੱਚੇ ਰੱਖ ਨਾ ਨੀ, ਰਾੜ ਥੋੜ੍ਹੇ ਹੋਰ ਨੀ। ਰਾੜ ਮਤਲਬ ਯਾਨੀ ਕਿ ਜਿਹੜੇ ਉਹਨੇ ਆਪਣੀ ਪੀੜ ਨੂੰ ਜਿਹੜਾ ਹੈ ਉਹ ਭੱਠੀ ਦੇ ਵਿੱਚ ਜਿਹੜੇ ਦਾਣੇ ਭੁੰਨੇ ਜਾਂਦੇ ਹਨ, ਭੱਠੀ ਦੀ ਕੜਾਹੀ ਦੇ ਵਿੱਚ ਦਾਣੇ ਭੁੰਨੇ ਜਾਂਦੇ ਹਨ, ਉਸ ਬਰਾਬਰ ਉਸਨੂੰ ਕਿਹਾ ਹੈ। ਉਹ ਕਹਿ ਰਿਹਾ ਹੈ ਕਿ ਲੱਪ ਕੁ ਇਹ ਚੁੰਗ ਮੇਰੀ ਪਹਿਲਾਂ ਟੋਰਨੀ, ਯਾਨੀ ਕਿ ਮੇਰਾ ਜਿਹੜਾ ਕੰਮ ਹੈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਤੂੰ ਇਸ ਨੂੰ ਪਹਿਲਾਂ ਕਰ ਦੇ। ਕੱਢ ਕੱਚੇ ਰੱਖ ਨਾ ਨੀ, ਯਾਨੀ ਕਿ ਇਸ ਨੂੰ ਤੂੰ ਕੱਚਿਆਂ ਨਾ ਰੱਖ, ਜਿੰਨਾ ਹੋ ਸਕਦਾ ਇਸ ਨੂੰ ਹੋਰ ਪਕਾ ਰੋੜ ਦੇ, ਰਾੜ ਦੇ। ਕਰਾਂ ਮਿੰਨਤਾਂ ਮੁਕਾ ਕੇ ਨੀ ਪੁਆੜਾ, ਨੀ ਪੀੜਾਂ ਦਾ ਪਰਾਗਾ ਭੁੰਨ ਦੇ ਪੱਠੀ ਵਾਲੀਏ। ਇਸ ਦੇ ਵਿੱਚ ਕਵੀ ਕਹਿੰਦਾ ਹੈ ਕਿ ਮੇਰੀ ਭੱਠੀ ਵਾਲੀ ਰੂਪ ਹੋਣੀ, ਮੇਰਾ ਕੰਮ ਬਹੁਤਾ ਨਹੀਂ, ਯਾਨੀ ਕਿ ਉਸਦਾ ਕੰਮ ਬਹੁਤਾ ਨਹੀਂ ਹੈ, ਥੋੜ੍ਹਾ ਜਿਹਾ ਹੀ ਹੈ। ਮੇਰੀ ਚੁੰਗ ਲੱਪ ਕੁ ਦੀ ਹੈ, ਲੱਪ ਕੁ ਮਤਲਬ ਥੋੜ੍ਹੀ ਜਿਹੀ ਹੈ, ਇਸ ਲਈ ਤੂੰ ਪਹਿਲਾਂ ਮੈਨੂੰ ਤੋਰ, ਯਾਨੀ ਕਿ ਮੇਰਾ ਕੰਮ ਕਰਕੇ ਮੈਨੂੰ ਤੂੰ ਪਹਿਲਾਂ ਹੀ ਭੇਜ ਦੇ। ਮੇਰੇ ਪੀੜਾਂ ਰੂਪ ਦੀਆਂ ਦਾਣਿਆਂ ਨੂੰ ਕੱਚੇ ਨਾ ਰੱਖ, ਸਗੋਂ ਥੋੜ੍ਹੇ ਹੋਰ ਕਰਾਰੇ ਕਰ ਦੇ। ਰਾੜ ਦਾ ਮਤਲਬ ਹੁੰਦਾ ਹੈ ਕਰਾਰੇ ਕਰ ਦੇ। ਮੈਂ ਮਿੰਨਤਾਂ ਕਰਦਾ ਹਾਂ, ਮੈਂ ਤੇਰੀਆਂ ਮਿੰਨਤਾਂ ਕਰਦਾ ਹਾਂ ਕਿ ਤੂੰ ਪੀੜਾਂ ਨੂੰ ਤੇਜ਼ ਕਰਕੇ ਇਸ ਟੁੱਟੇ ਹੋਏ ਦਿਲ ਦਾ ਪੁਆੜਾ ਹੀ ਮੁਕਾ ਦੇ। ਇਸ ਲਈ ਤੂੰ ਮੇਰਾ ਪੀੜਾਂ ਦਾ ਪਰਾਗਾ ਛੇਤੀ ਨਾਲ ਭੁੰਨ ਦੇ। ਮੈਂ ਤੈਨੂੰ ਹੰਝੂਆਂ ਦਾ ਭਾੜਾ ਦਿੰਦਾ ਹਾਂ।
ਅਗਲਾ ਦੇਖੋ, ਸੋ ਗਈਆਂ ਹਵਾਵਾਂ ਰੋ ਰੋ ਕੇ ਕਰ ਵਾਰਤਾ ਵਰਲਾਪ ਨੀ। ਵਰਲਾਪ ਦਾ ਮਤਲਬ ਹੁੰਦਾ ਹੈ ਯਾਨੀ ਕਿ ਰੋਣਾ, ਬਿਲਕੁਲ ਉੱਚੀ ਉੱਚੀ ਚੰਗਾੜੇ ਮਾਰ ਕੇ ਰੋਣਾ। ਸੋ ਗਈਆਂ ਹਵਾਵਾਂ ਰੋ ਰੋ ਕੇ ਕਰ ਵਰਲਾਪ ਨੀ, ਤਾਰਿਆਂ ਨੂੰ ਚੜ੍ਹ ਗਿਆ ਮੱਠਾ ਮੱਠਾ ਤਾਪ ਨੀ। ਤਾਪ ਮਤਲਬ ਬੁਖਾਰ। ਜੰਝ ਸਾਵਾਂ ਦੀ ਦਾ ਰੁੱਸ ਗਿਆ ਲਾੜਾ, ਨੀ ਪੀੜਾਂ ਦਾ ਪਰਾਗਾ ਪੁੰਨ ਦੇ। ਇਸ ਦੇ ਵਿੱਚ ਕਵੀ ਕਹਿੰਦਾ ਹੈ ਕਿ ਹੇ ਮੇਰੀ ਪੱਠੀ ਵਾਲੀ ਰੂਪ ਹੋਣੀ, ਮੈਨੂੰ ਤੇਰੇ ਕੋਲ ਪੀੜਾ ਰੂਪ ਦਾਣੇ ਪਨਾਉਣ ਆਇਆ। ਬਹੁਤ ਦੇਰ ਹੋ ਗਈ ਹੈ ਕਿ ਮੈਂ ਤੇਰੇ ਕੋਲੋਂ ਜਿਹੜੇ ਆਪਣੇ ਪੀੜਾਂ ਦੇ ਦਾਣੇ ਪੁਨਵਾਉਣ ਆਇਆ ਹਾਂ, ਉਸ ਲਈ ਮੈਨੂੰ ਬਹੁਤ ਦੇਰ ਹੋ ਗਈ ਹੈ। ਇਸ ਕਰਕੇ ਹੁਣ ਤਾਂ ਹਵਾਵਾਂ, ਉਹ ਕਹਿ ਰਿਹਾ ਹੈ ਕਿ ਹੁਣ ਤਾਂ ਹਵਾਵਾਂ ਵੀ ਮੇਰੇ ਦੁਖੀ ਦਿਲ ਨੂੰ ਦੇਖ, ਯਾਨੀ ਕਿ ਮੇਰਾ ਦੁਖੀ ਦਿਲ ਦੇਖ ਕੇ ਕੀ ਕਰ ਰਹੀਆਂ ਹਨ, ਵਰਲਾਪ ਕਰਦੀਆਂ ਥੱਕ ਕੇ ਸੋ ਗਈਆਂ ਹਨ, ਯਾਨੀ ਕਿ ਰੋ ਰੋ ਕੇ ਸੋ ਗਈਆਂ ਹਨ। ਮੇਰੇ ਦੁੱਖ ਕਾਰਨ ਤਾਰਿਆਂ ਨੂੰ ਵੀ ਮੱਠਾ ਮੱਠਾ, ਮੱਠਾ ਮੱਠਾ ਮਤਲਬ ਥੋੜ੍ਹਾ ਥੋੜ੍ਹਾ ਜਿਹਾ ਬੁਖਾਰ ਚੜ੍ਹ ਗਿਆ ਜਾਪਦਾ ਹੈ। ਮੇਰੇ ਸਾਹਾਂ ਦੀ ਜੰਝ ਦਾ ਲਾੜਾ ਵੀ ਗੁੱਸੇ ਹੋ ਗਿਆ ਲੱਗਦਾ ਹੈ। ਸਾਹ ਮਤਲਬ ਜਿਹੜੇ ਅਸੀਂ ਸਵਾਸ ਲੈਂਦੇ ਹਾਂ। ਮੇਰੇ ਸਾਹਾਂ ਦੀ ਜੰਝ ਦਾ ਲਾੜਾ ਵੀ ਗੁੱਸੇ ਹੋ ਗਿਆ ਹੈ। ਫਲਸਰੂਪ ਮੇਰੇ ਸਾਹ ਰੁਕ ਗਏ ਹਨ, ਮੌਤ ਨੇੜੇ ਆ ਗਈ ਹੈ। ਤੂੰ ਮੇਰਾ ਪੀੜਾਂ ਦਾ ਪਰਾਗਾ, ਪੀੜਾ ਮਤਲਬ ਦਰਦਾਂ ਦਾ ਪਰਾਗਾ, ਛੇਤੀ ਨਾਲ ਪੁੰਨ। ਮੈਂ ਤੈਨੂੰ ਹੰਝੂਆਂ ਦਾ ਪਾੜਾ ਦਿੰਦਾ ਹਾਂ, ਤਾਂ ਜੋ ਮੈਂ ਛੇਤੀ ਮੁੱਕ ਜਾਵਾਂ। ਮੁੱਕ ਜਾਵਾਂ ਮਤਲਬ ਖਤਮ ਹੋ ਜਾਵਾਂ। ਇਸ ਦੇ ਵਿੱਚ ਬੱਚਿਓ ਤੁਸੀਂ ਦੇਖਿਆ ਹੈ ਕਿ ਇਹ ਜਿਹੜਾ ਹੈ ਉਹ ਇੱਕ ਵਿਸ਼ਾਦ ਗੀਤ ਹੈ। ਵਿਸ਼ਾਦ ਗੀਤ ਮਤਲਬ ਯਾਨੀ ਕਿ ਦੁੱਖ ਦੇ ਨਾਲ ਭਰਿਆ ਹੋਇਆ, ਦੁੱਖ ਦੇ ਨਾਲ ਭਰਿਆ ਹੋਇਆ ਇਹ ਗੀਤ ਹੈ। ਇਸ ਦੇ ਵਿੱਚ ਪ੍ਰੀਤਮ ਜਿਹੜਾ ਹੈ ਉਹ ਆਪਣੀ ਪ੍ਰੇਮਿਕਾ ਤੋਂ ਵਿਛੜ ਕੇ ਇੰਨਾ ਦੁਖੀ ਹੁੰਦਾ ਹੈ, ਉਹ ਚਾਹੁੰਦਾ ਹੈ ਕਿ ਉਹ ਜਲਦੀ ਨਾਲ ਹੀ ਮਰ ਜਾਵੇ। ਉਸ ਨੂੰ ਬਿਰਹਾ ਦੀ ਭੱਠੀ ਦੇ ਵਿੱਚ ਇੰਨਾ ਭੁੰਨੋ ਕਿ ਉਹ ਛੇਤੀ ਹੀ ਮਰ ਜਾਵੇ ਅਤੇ ਆਪਣੀ ਪ੍ਰੇਮਿਕਾ ਦੇ ਕੋਲ ਜਾ ਕੇ ਉਸ ਨੂੰ ਮਿਲ ਲਵੇ। ਬੱਚਿਓ, ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਇਹ ਤਾਂ ਇਸ ਪਾਠ ਦੇ ਵੱਡੇ ਪ੍ਰਸ਼ਨ ਉੱਤਰ ਯਾਨੀ ਕਿ ਨਿਬੰਧਾਤਮਕ ਪ੍ਰਸ਼ਨ ਵੀ ਇਸ ਦੇ ਰਾਹੀਂ ਪੁੱਛੇ ਜਾ ਸਕਦੇ ਹਨ।